ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡੀ ਪੰਜਾਬੀ ਦੀ ਟੀਚਰ ਸੁਨੀਤਾ। ਅੱਜ ਤੁਹਾਨੂੰ 8ਵੀਂ ਜਮਾਤ ਦਾ 5ਵਾਂ ਪਾਠ ਕਰਵਾ ਰਹੀ ਹਾਂ। ਠੀਕ ਹੈ, ਜਿਹਦਾ ਨਾਮ ਹੈ ਜੀ ਸਿਆਣਾ ਤੋਤਾ, ਜੋ ਕਿ ਇੱਕ ਕਹਾਣੀ ਹੈ। ਠੀਕ ਹੈ, ਇਸ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਕਿਸੇ ਨਾਲ ਵੀ ਵਿਸ਼ਵਾਸਘਾਤ ਯਾਨੀ ਕਿ ਧੋਖਾ ਨਹੀਂ ਕਰਨਾ ਚਾਹੀਦਾ। ਜਿਹੜਾ ਮਿੱਤਰ ਆਪਣੇ ਮਿੱਤਰ ਨਾਲ ਧੋਖਾ ਕਰਦਾ ਹੈ ਉਸ ਨੂੰ ਇਸ ਜੀਵਨ 'ਤੇ ਕੋਈ ਵੀ ਸੁੱਖ ਨਹੀਂ ਮਿਲਦਾ। ਠੀਕ ਹੈ, ਸੁਖੀ ਜੀਵਨ ਲਈ ਸਾਨੂੰ ਆਪਣਾ ਸਾਫ਼ ਦਿਲ ਰੱਖਣਾ ਚਾਹੀਦਾ ਹੈ ਅਤੇ ਕਿਸੇ ਦੇ ਉਪਕਾਰ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਠੀਕ ਹੈ, ਚਲੋ ਬੱਚਿਓ ਆਪਾਂ ਕਰਦੇ ਹਾਂ ਕਹਾਣੀ ਸਟਾਰਟ। ਜਿਵੇਂ ਰਾਮਨਗਰ ਨਾਂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਗਰੀਬ ਲੜਕਾ ਰਾਮੂ ਅਤੇ ਉਸ ਦੀ ਬਜ਼ੁਰਗ ਮਾਂ ਰਹਿੰਦੀ ਸੀ। ਠੀਕ ਹੈ, ਰਾਮੂ ਦੇ ਪਿਤਾ ਦਾ ਦੇਹਾਂਤ ਹੋ ਚੁੱਕਾ, ਦੇਹਾਂਤ ਯਾਨੀ ਕਿ ਉਸਦੇ ਪਿਤਾ ਜੀ ਦੀ ਮੌਤ ਹੋ ਚੁੱਕੀ ਸੀ। ਰਾਮੂ ਹਰ ਰੋਜ਼ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਸੀ। ਉਹਨਾਂ ਲੱਕੜਾਂ ਨੂੰ ਸ਼ਹਿਰ ਵਿੱਚ ਵੇਚ ਕੇ ਜੋ ਕੁਝ ਵੀ ਮਿਲਦਾ ਉਸੇ ਨਾਲ ਉਹ ਆਪਣਾ ਅਤੇ ਆਪਣੀ ਬੁੱਢੀ ਮਾਂ ਦਾ ਪੇਟ ਭਰਦਾ ਸੀ। ਇੱਕ ਦਿਨ ਰਾਮੂ ਜੰਗਲ ਵਿੱਚ ਲੱਕੜਾਂ ਲੈਣ ਗਿਆ। ਅਚਾਨਕ ਹੀ ਆਸਮਾਨ ਵਿੱਚ ਬੱਦਲ ਛਾ ਗਏ, ਯਾਨੀ ਕਿ ਆਸਮਾਨ ਵਿੱਚ ਬੱਦਲ ਛਾ ਗਏ। ਠੰਡੀਆਂ ਠੰਡੀਆਂ ਹਵਾ ਚੱਲਣ ਲੱਗ ਪਈਆਂ। ਥੋੜੀ ਦੇਰ ਬਾਅਦ ਹੀ ਜ਼ਬਰਦਸਤ ਯਾਨੀ ਕਿ ਜ਼ੋਰਾਂ ਨਾਲ ਮੀਂਹ ਪੈਣ ਲੱਗ ਪਿਆ। ਰਾਮੂ ਇੱਕ ਸੰਘਣੇ ਯਾਨੀ ਕਿ ਬਹੁਤ ਹੀ ਸੰਘਣੇ ਦਰਖਤ ਥੱਲੇ ਬੈਠ ਗਿਆ। ਮੀਂਹ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਸੀ। ਰਾਮੂ ਡੂੰਘੀ ਸੋਚ ਵਿੱਚ ਡੁੱਬ ਗਿਆ। ਡੂੰਘੀ ਹੁੰਦਾ ਯਾਨੀ ਕਿ ਗਹਿਰਾਈ ਵਿੱਚ ਨਾਲ ਸੋਚ ਵਿੱਚ ਡੁੱਬ ਗਿਆ। ਉਸ ਨੂੰ ਫਿਕਰ ਹੋ ਗਿਆ ਕਿ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਹਨ। ਉਸ ਨੂੰ ਫਿਕਰ ਪੈ ਗਿਆ ਕਿ ਉਸ ਦੀਆਂ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਹਨ ਤੇ ਉਹਨਾਂ ਨੂੰ ਬਾਜ਼ਾਰ ਵਿੱਚ ਕੋਈ ਨਹੀਂ ਖਰੀਦੇਗਾ, ਕਿ ਮੇਰੀਆਂ ਜਿਹੜੀਆਂ ਗਿੱਲੀਆਂ ਹੋਈਆਂ ਲੱਕੜਾਂ ਨੇ ਉਹਨਾਂ ਨੂੰ ਕੋਈ ਵੀ ਬਾਜ਼ਾਰ ਵਿੱਚੋਂ ਨਹੀਂ ਖਰੀਦੇਗਾ। ਅੱਜ ਦੀ ਰਾਤ ਉਹਨਾਂ ਨੂੰ ਭੁੱਖੇ ਹੀ ਸੌਣਾ ਪਏਗਾ। ਠੀਕ ਹੈ, ਰਾਮੂ ਡੂੰਘੀ ਸੋਚਾਂ ਵਿੱਚ ਇਹ ਸੋਚ ਰਿਹਾ ਸੀ ਕਿ ਉਸ ਦੀਆਂ ਸਾਰੀਆਂ ਲੱਕੜਾਂ ਗਿੱਲੀਆਂ ਹੋ ਗਈਆਂ ਹਨ ਤੇ ਉਹਨਾਂ ਨੂੰ ਕੋਈ ਵੀ ਨਹੀਂ ਖਰੀਦੇਗਾ, ਇਸ ਕਰਕੇ ਉਹਨਾਂ ਨੂੰ ਅੱਜ ਭੁੱਖੇ ਹੀ ਸੌਣਾ ਪਏਗਾ। ਉਸ ਦਰਖਤ 'ਤੇ ਇੱਕ ਤੋਤਾ ਬੈਠਾ ਹੋਇਆ ਸੀ। ਰਾਮੂ ਨੂੰ ਫਿਕਰਮੰਦ ਵੇਖ ਕੇ ਤੋਤੇ ਨੂੰ ਉਸ 'ਤੇ ਤਰਸ ਯਾਨੀ ਕਿ ਦਇਆ ਆ ਗਿਆ। ਤੋਤੇ ਨੂੰ ਉਸ 'ਤੇ ਤਰਸ ਆ ਗਿਆ। ਤੋਤਾ ਇੱਕ ਮਿੱਠਾ ਜਿਹਾ ਗੀਤ ਗਾਉਣ ਲੱਗਾ। ਕੀ ਕਰਨ ਲੱਗਾ ਜੀ? ਤੋਤਾ ਉੱਥੇ ਉਹਨੂੰ ਰਾਮੂ 'ਤੇ ਤਰਸ ਆਇਆ ਤੇ ਉਹ ਮਿੱਠਾ ਜਿਹਾ ਗੀਤ ਗਾਉਣ ਲੱਗਾ। ਗੀਤ ਦੇਖੋ ਜੀ। ਨਾ ਹੋ ਉਦਾਸ ਬੱਚੇ ਤੂੰ ਯਾਦ ਕਰ ਰੱਬ ਨੂੰ ਸੱਚੇ। ਕੀ ਕਹਿੰਦਾ ਹੈ? ਨਾ ਹੋ ਉਦਾਸ ਬੱਚੇ ਤੂੰ ਯਾਦ ਕਰ ਰੱਬ ਸੱਚੇ ਨੂੰ, ਵਸੀਲਾ ਕੋਈ ਬਣਾਏਗਾ ਦੁੱਖੜਾ ਤੇਰਾ ਮਿਟਾਏਗਾ। ਕਿ ਬੱਚੇ ਤੂੰ ਉਦਾਸ ਨਾ ਹੋ, ਤੂੰ ਉਸ ਰੱਬ ਨੂੰ ਯਾਦ ਕਰ, ਉਹ ਕੋਈ ਨਾ ਕੋਈ ਵਸੀਲਾ ਤੇਰਾ ਜ਼ਰੂਰ ਬਣਾਏਗਾ ਤੇ ਤੇਰੇ ਦੁੱਖੜੇ ਵੀ ਦੂਰ ਕਰੇਗਾ। ਠੀਕ ਹੈ, ਤੋਤੇ ਦਾ ਗੀਤ ਸੁਣ ਕੇ ਰਾਮੂ ਹੈਰਾਨ ਹੋ ਗਿਆ। ਉਸ ਨੇ ਤੋਤੇ ਤੋਂ ਪੁੱਛਿਆ, ਇਹ ਤੋਤੇ ਤੂੰ ਕੀ ਬੋਲ ਵੀ ਸਕਦਾ ਹੈ? ਤੋਤੇ ਨੇ ਜਵਾਬ ਦਿੱਤਾ, ਹਾਂ ਮੈਂ ਬੋਲ ਸਕਦਾ ਹਾਂ। ਇਹ ਤਾਂ ਬਹੁਤ ਹੀ ਕਮਾਲ ਦੀ ਗੱਲ ਹੈ। ਠੀਕ ਹੈ, ਰਾਮੂ ਨੇ ਉਸ ਤੋਤੇ ਨੂੰ ਕਿਹਾ ਕਿ ਇਹ ਤਾਂ ਬਹੁਤ ਹੀ ਕਮਾਲ ਦੀ ਗੱਲ ਹੈ। ਦੋਸਤ ਰਾਮੂ ਨੇ ਕਿਹਾ, ਉਹ ਉਸਦਾ ਦੋਸਤ ਬਣ ਜਾਂਦਾ ਹੈ। ਫਿਰ ਉਸ ਨੇ ਆਪਣੀਆਂ ਸਾਰੀਆਂ ਕਹਾਣੀਆਂ ਤੋਤੇ ਨੂੰ ਦੱਸ ਦਿੱਤੀ। ਕੀ ਹੁੰਦਾ ਜੀ? ਰਾਮੂ ਨੇ ਫਿਰ ਆਪਣੀ ਸਾਰੀ ਹੀ ਕਹਾਣੀ ਉਸ ਤੋਤੇ ਨੂੰ ਦੱਸ ਦਿੱਤੀ।
ਤੋਤੇ ਨੂੰ ਰਾਮੂ ਤੇ ਤਰਸ ਆ ਗਿਆ। ਤੋਤੇ ਨੇ ਕਿਹਾ, ਮੈਂ ਜਾਣ ਗਿਆ ਹਾਂ ਕਿ ਤੂੰ ਸੱਚਮੁੱਚ ਬਹੁਤ ਗਰੀਬ ਹੈ। ਫਿਰ ਤੂੰ ਮੈਨੂੰ ਆਪਣਾ ਦੋਸਤ ਵੀ ਕਿਹਾ ਹੈ। ਤੋਤਾ ਉਸਨੂੰ ਕਹਿੰਦਾ ਹੈ ਕਿ ਮੈਂ ਜਾਣ ਗਿਆ ਹਾਂ ਕਿ ਤੂੰ ਸੱਚਮੁੱਚ ਹੀ ਬਹੁਤ ਗਰੀਬ ਹੈ ਤੇ ਤੂੰ ਮੈਨੂੰ ਆਪਣਾ ਦੋਸਤ ਵੀ ਕਿਹਾ ਹੈ। ਇਸ ਲਈ ਮੈਂ ਤੇਰੀ ਹਰ ਰੋਜ਼ ਮਦਦ ਕਰਿਆ ਕਰਾਂਗਾ। ਠੀਕ ਹੈ, ਉਸਨੂੰ ਤੋਤੇ ਨੇ ਕਿਹਾ ਕਿ ਮੈਂ ਤੇਰੀ ਹਰ ਰੋਜ਼ ਹੀ ਮਦਦ ਕਰਾਂਗਾ। ਰਾਮੂ ਨੇ ਪੁੱਛਿਆ, ਉਹ ਕਿਵੇਂ ਦੋਸਤ? ਮੇਰੇ ਕੋਲ ਜਾਦੂ ਦੇ ਕਈ ਖੰਭ ਹਨ। ਤੋਤੇ ਨੇ ਦੱਸਿਆ ਕਿ ਮੇਰੇ ਕੋਲ ਜਾਦੂ ਦੇ ਕਈ ਖੰਭ ਹਨ। ਉਹਨਾਂ ਵਿੱਚੋਂ ਮੈਂ ਤੈਨੂੰ ਇੱਕ ਖੰਭ ਹਰ ਰੋਜ਼ ਦਿਆ ਕਰਾਂਗਾ। ਕੀ ਕਿਹਾ ਕਿ ਮੈਂ ਉਹਨਾਂ ਵਿੱਚੋਂ ਤੈਨੂੰ ਇੱਕ ਖੰਭ ਹਰ ਰੋਜ਼ ਦੇ ਦਾਂਗਾ। ਉਸ ਨੂੰ ਲਿਜਾ ਕੇ ਪਕਾ ਲੈਣਾ। ਉਸ ਖੰਭ ਤੋਂ ਬਹੁਤ ਹੀ ਸਵਾਦਿਲਾ ਯਾਨੀ ਕਿ ਟੇਸਟੀ ਸਵਾਦਿਸ਼ਟ ਭੋਜਨ ਤਿਆਰ ਹੋ ਜਾਇਆ ਕਰੇਗਾ। ਫਿਰ ਤੂੰ ਅਤੇ ਤੇਰੀ ਮਾਂ ਰੱਜ ਕੇ ਭੋਜਨ ਕਰ ਲਿਆ ਕਰਨਾ। ਇਹ ਕਹਿ ਕੇ ਤੋਤੇ ਨੇ ਜਾਦੂ ਵਾਲਾ ਖੰਭ ਰਾਮੂ ਨੂੰ ਦੇ ਦਿੱਤਾ। ਠੀਕ ਹੈ ਜੀ, ਉਹਨੇ ਕਿਹਾ ਕਿ ਮੇਰੇ ਕੋਲ ਬਹੁਤ ਸਾਰੇ ਖੰਭ ਹਨ, ਮੈਂ ਤੈਨੂੰ ਹਰ ਰੋਜ਼ ਇੱਕ ਖੰਭ ਦੇ ਦਿਆਂਗਾ ਤੇ ਤੁਸੀਂ ਉਸਨੂੰ ਪਕਾ ਕੇ ਖਾ ਲੈਣਾ। ਉਹ ਚੈਨ ਸਵਾਦਿਲਾ ਭੋਜਨ ਬਣੇਗਾ। ਰਾਮੂ ਖੁਸ਼ੀ ਖੁਸ਼ੀ ਘਰ ਵੱਲ ਚੱਲ ਪਿਆ। ਘਰ ਪਹੁੰਚ ਕੇ ਉਸਨੇ ਸਾਰੀ ਗੱਲ ਆਪਣੀ ਬੁੱਢੀ ਮਾਂ ਨੂੰ ਦੱਸ ਦਿੱਤੀ। ਫਿਰ ਉਹਨਾਂ ਨੇ ਜਾਦੂਈ ਖੰਭ ਨੂੰ ਕੜਾਹੀ ਵਿੱਚ ਰੱਖ ਕੇ ਥੋੜਾ ਪਾਣੀ ਪਾ ਦਿੱਤਾ। ਕੜਾਹੀ ਨੂੰ ਅੱਗ ਉੱਤੇ ਰੱਖ ਕੇ ਉਸ ਵਿੱਚ ਕੜਛੀ ਫੇਰਦੇ ਰਹੇ। ਠੀਕ ਹੈ, ਕੜਛੀ ਫੇਰਦੇ ਰਹੇ, ਉਸਨੂੰ ਹਿਲਾਉਂਦੇ ਰਹੇ। ਵੇਖਦੇ ਹੀ ਵੇਖਦੇ ਬਹੁਤ ਹੀ ਵਧੀਆ ਭੋਜਨ ਤਿਆਰ ਹੋ ਗਿਆ। ਫਿਰ ਮਾਂ ਪੁੱਤਾਂ ਨੇ ਪਹਿਲੀ ਵਾਰ ਇੰਨਾ ਸਵਾਦਿਲਾ ਭੋਜਨ ਖਾਧਾ। ਠੀਕ ਹੈ, ਜਦੋਂ ਉਹਨਾਂ ਨੇ ਉਹ ਕੜਾਹੀ ਵਿੱਚ ਬਣਾਇਆ ਤਾਂ ਉਹਨਾਂ ਵਿੱਚ ਬਹੁਤ ਹੀ ਸਵਾਦਿਲਾ ਭੋਜਨ ਬਣਿਆ ਸੀ ਜੋ ਮਾਂ ਅਤੇ ਬੇਟੇ ਨੇ ਪਹਿਲੀ ਵਾਰ ਹੀ ਖਾਧਾ ਸੀ। ਰਾਤ ਨੂੰ ਰਾਮੂ ਨੂੰ ਨੀਂਦ ਨਹੀਂ ਆਈ। ਉਹ ਸੋਚਣ ਲੱਗ ਪਿਆ ਕਿ ਜੇਕਰ ਤੋਤੇ ਨੂੰ ਫੜ ਕੇ ਕੈਦ ਕਰ ਲਿਆ ਜਾਵੇ ਤਾਂ ਉਸ ਕੋਲੋਂ ਸਾਰੇ ਖੰਭ ਇੱਕੋ ਵਾਰ ਹੀ ਲਏ ਜਾ ਸਕਦੇ ਹਨ। ਫਿਰ ਕਿਸੇ ਕਿਸਮ ਦਾ ਕੋਈ ਡਰ ਨਹੀਂ ਰਹੇਗਾ। ਕੀ ਪਤਾ ਨਹੀਂ ਤੋਤਾ ਮਿਲੇਗਾ ਵੀ ਜਾਂ ਨਹੀਂ। ਠੀਕ ਹੈ, ਰਾਮੂ ਦੇ ਮਨ 'ਚ ਲਾਲਚ ਪੈਦਾ ਹੋ ਗਿਆ ਕਿ ਆਪਾਂ ਉਸਨੂੰ ਤੋਤੇ ਨੂੰ ਕੈਦ ਕਰ ਲੈਂਦੇ ਹਾਂ ਤੇ ਉਸ ਦੇ ਸਾਰੇ ਹੀ ਜਾਦੂਈ ਖੰਭ ਲੈ ਲੈਂਦੇ ਹਾਂ ਕਿ ਪਤਾ ਨਹੀਂ ਉਹ ਕਿਧਰੇ ਉੱਡ ਹੀ ਨਾ ਜਾਵੇ ਤੇ ਫਿਰ ਕਦੀ ਵਾਪਸ ਹੀ ਨਾ ਆਵੇ। ਇਸ ਲਈ ਇਹ ਹੀ ਵਧੀਆ ਤਰੀਕਾ ਹੈ ਕਿ ਤੋਤੇ ਨੂੰ ਫੜ ਕੇ ਕੈਦ ਕਰ ਲਿਆ ਜਾਵੇ। ਇਸ ਤਰ੍ਹਾਂ ਉਸ ਨੂੰ ਕੋਈ ਮਿਹਨਤ ਵੀ ਨਹੀਂ ਕਰਨੀ ਪਏਗੀ ਅਤੇ ਹਰ ਰੋਜ਼ ਵਧੀਆ ਭੋਜਨ ਵੀ ਮਿਲ ਜਾਇਆ ਕਰੇਗਾ। ਠੀਕ ਹੈ, ਰਾਮੂ ਦੇ ਮਨ 'ਚ ਲਾਲਚ ਪੈਦਾ ਹੋ ਗਈ। ਲਾਲਚ ਵਿੱਚ ਆ ਕੇ ਰਾਮੂ ਦੂਸਰੇ ਦਿਨ ਜੰਗਲ ਵਿੱਚ ਗਿਆ। ਉਸ ਨੇ ਕਿਸੇ ਤਰ੍ਹਾਂ ਤੋਤੇ ਨੂੰ ਫੜ ਲਿਆ। ਘਰ ਲਿਆਇਆ ਕਿ ਤੋਤੇ ਨੂੰ ਪਿੰਜਰੇ ਵਿੱਚ ਬੰਦ ਕਰ ਲਿਆ। ਤੋਤੇ ਨੇ ਬਹੁਤ ਤਰਲੇ ਕੀਤੇ ਕਿ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇ, ਪਰ ਰਾਮੂ ਨੇ ਤੋਤੇ ਦੀ ਇੱਕ ਨਹੀਂ ਸੁਣੀ। ਰਾਮੂ ਨੇ ਤੋਤੇ ਨੂੰ ਕਿਹਾ ਕਿ ਉਸ ਨੂੰ ਉਹ ਸਾਰੇ ਖੰਭ ਚਾਹੀਦੇ ਹਨ ਜਿਹੜੇ ਤੋਤੇ ਕੋਲ ਹਨ। ਇਸ ਤਰ੍ਹਾਂ ਉਹਨਾਂ ਨੂੰ ਕਈ ਚਿਰ ਤੱਕ ਭੋਜਨ ਦਾ ਕੋਈ ਫਿਕਰ ਨਹੀਂ ਰਿਹਾ ਕਰੇਗਾ। ਰਾਮੂ ਦੀ ਗੱਲ ਸੁਣ ਕੇ ਤੋਤਾ ਹੱਸ ਪਿਆ ਅਤੇ ਕਹਿਣ ਲੱਗਾ, ਜੇਕਰ ਤੂੰ ਖੰਭਾਂ ਦੀ ਖਾਤਰ ਹੀ ਮੈਨੂੰ ਕੈਦ ਕੀਤਾ ਹੈ ਤਾਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਚਾਹੀਦਾ ਸੀ, ਕਿਉਂਕਿ ਮੈਂ
ਤਾਂ ਜਾਦੂ ਵਾਲੇ ਖੰਭ ਉਸ ਦਰਖਤ ਤੇ ਹੀ ਚੜ੍ਹ ਆਇਆ ਹਾਂ। ਠੀਕ ਹੈ, ਇਸ 'ਚ ਦੱਸਿਆ ਗਿਆ ਹੈ ਕਿ ਰਾਮੂ ਦੇ ਮਨ 'ਚ ਲਾਲਚ ਪੈਦਾ ਹੋ ਜਾਂਦਾ ਹੈ ਤੇ ਉਹ ਤੋਤੇ ਨੂੰ ਕੈਦ ਕਰ ਲੈਂਦਾ ਹੈ ਤੇ ਉਸ ਨੂੰ ਕੈਦ ਕਰਕੇ ਉਸ ਤੋਂ ਸਾਰੇ ਹੀ ਖੰਭ ਮੰਗਣ ਦੀ ਕੋਸ਼ਿਸ਼ ਕਰਦਾ ਹੈ ਤੇ ਤੋਤਾ ਜਿਹੜਾ ਸੀ ਉਹ ਬੜਾ ਹੀ ਸਿਆਣਾ ਸੀ। ਉਹ ਉਸ ਨੂੰ ਕਹਿੰਦਾ ਹੈ ਕਿ ਮੈਂ ਆਪਣੇ ਸਾਰੇ ਹੀ ਖੰਭ ਦਰਖਤ ਤੇ ਛੱਡੇ ਆਇਆ ਹਾਂ। ਠੀਕ ਹੈ, ਲਾਲਚ ਵਿੱਚ ਅੰਨਾ ਹੋਇਆ ਰਾਮੂ ਤੋਤੇ ਨੂੰ ਜੰਗਲ ਵਿੱਚ ਉਸ ਦਰਖਤ ਥੱਲੇ ਲੈ ਗਿਆ। ਠੀਕ ਹੈ, ਲਾਲਚ ਵਿੱਚ ਆਇਆ ਰਾਮੂ ਹੈ ਉਸ ਤੋਤੇ ਨੂੰ ਉਸੇ ਦਰਖਤ ਦੇ ਥੱਲੇ ਲੈ ਜਾਂਦਾ ਹੈ। ਤੋਤੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਕੇ ਕਹਿਣ ਲੱਗਾ ਕਿ ਜਾ ਆਲਣੇ ਵਿੱਚੋਂ ਸਾਰੇ ਖੰਭ ਲੈ ਆ। ਠੀਕ ਹੈ, ਉਹ ਨਾ ਫਿਰ ਉਹਨੂੰ ਤੋਤੇ ਨੂੰ ਛੱਡ ਕੇ ਕਹਿੰਦਾ ਹੈ ਕਿ ਤੂੰ ਆਲਣੇ ਵਿੱਚੋਂ ਸਾਰੇ ਖੰਭ ਲੈ ਆ। ਪਰ ਤੋਤਾ ਹੁਣ ਆਜ਼ਾਦ ਹੋ ਚੁੱਕਾ ਸੀ। ਤੋਤਾ ਉੱਚੀ ਉੱਚੀ ਹੱਸਣ ਲੱਗ ਪਿਆ ਅਤੇ ਰਾਮੂ ਨੂੰ ਕਹਿਣ ਲੱਗਾ ਕਿ ਗੱਲ ਸੁਣ ਲੋਭੀ ਬੱਚੇ ਤੂੰ। ਠੀਕ ਹੈ, ਯਾਦ ਕਰ ਰੱਬ ਸੱਚੇ ਨੂੰ। ਠੀਕ ਹੈ, ਉਹ ਜਿਹੜਾ ਤੋਤਾ ਸੀ ਉਸ ਨੂੰ ਕਹਿਣ ਲੱਗਾ ਕਿ ਗੱਲ ਸੁਣ ਲੋਭੀ ਬੱਚੇ ਤੂੰ, ਯਾਦ ਕਰ ਰੱਬ ਸੱਚੇ ਨੂੰ। ਅੱਗੇ ਭਲੇ ਦਾ ਜੋ ਬੁਰਾ ਕਰੇ ਰੱਬ ਵੀ ਉਸਨੂੰ ਮਾਫ ਨਾ ਕਰੇ। ਇਹ ਕਹਿ ਕੇ ਤੋਤਾ ਉੱਡ ਗਿਆ। ਠੀਕ ਹੈ, ਤੋਤਾ ਕੀ ਕਹਿੰਦਾ ਹੈ, ਭਲੇ ਦਾ ਜੋ ਬੁਰਾ ਕਰੇ ਰੱਬ ਵੀ ਉਸਨੂੰ ਮਾਫ ਕਰੇ। ਇਹ ਕਹਿ ਕੇ ਤੋਤਾ ਉੱਤੋਂ ਉੱਡ ਗਿਆ। ਠੀਕ ਹੈ, ਇਹ ਸੀ ਕਹਾਣੀ ਕਿ ਉਸਨੇ ਉਸਦੀ ਇਸ 'ਚ ਕੀ ਅੱਗੇ ਇਸ ਦੀ ਸਿੱਖਿਆ ਦੇਖੋ ਜੀ। ਜਿਹੜਾ ਤੁਹਾਡੇ ਤੇ ਕੋਈ ਉਪਕਾਰ ਕਰੇ ਉਸ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ। ਉਪਕਾਰ ਹੁੰਦਾ ਅਹਿਸਾਨ, ਕੋਈ ਵੀ ਤੁਹਾਡੇ ਤੇ ਅਹਿਸਾਨ ਕਰੇ ਉਸਨੂੰ ਕਦੇ ਵੀ ਨਹੀਂ ਧੋਖਾ ਦੇਣਾ ਚਾਹੀਦਾ। ਠੀਕ ਹੈ, ਕਿ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਦੂਜਿਆਂ ਦੇ ਅਹਿਸਾਨ ਨੂੰ ਕਦੇ ਵੀ ਨਹੀਂ ਭੁੱਲਦੇ। ਓਕੇ ਜੀ, ਥੈਂਕ ਯੂ।